वैरकाल मूरत आजूने सैभं गुरुप्रसाद सर्वशील ममं शीलं सर्वपावने मम पावनं सर्वकर्तव्ये ममं कर्ता नानक लेप छेप ना लिपियते। कहाँ तुझ प्रभु बुद्ध हमारी वर्णन सके महिमा जो तिहारी। हम ना सिफत कर सकत तुम्हारी आप ले ओ तुम कथा सुधारी। कहाँ लगे एव कीट बखाने महिमा तोर तु ही प्रभु जाने। पिता जन्म ज्यों पूत ना पावे कहाँ पवन का भेद बतावे। सन्मानयोग गुरु रूप साध संगत जीओ, गुरबाणी विचार आप जी दे समक्ष भेंट करा। पेशतर गुरुदेव की फतेह प्रवान करनी। वाहिगुरु जी का खालसा वाहिगुरु जी की फतेह। मनुख की जीवन चेतना जिहड़ी है ये तीन अवस्थावां दे विच रहिंदी है, जागृत, स्वपन, सखोपत। आपां जिस हालत दे विच बैठे हाँ इसनूं कहंदे ने जागृत। जद सौ जांदे आ तो तन विश्राम दे चला जाता है, मन सुपनियां दी दुनिया रच लैंदा है, उन्होंने कहते हैं स्वपन। पर जब मन भी सौ जाता है उन्होंने कहते हैं सशुप्ति। संस्कृत दे कहते हैं सशुप्ति, गुरबाणी की भाषा सखोपति। तन भी विश्राम दे चला गया, मन भी विश्राम दे चला गया। ये जिहड़ी सुषुप्ति की हालत है कहते समाधि दे बिल्कुल नेड़े है, तुरिया पद दे बिल्कुल नेड़े है। वो जिहड़ी सुषुप्ति है जिथे मन भी विश्राम दे चला जाता है, घट तो घट इस तरह की गहरी नींद 10 तो लैके 15 मिनट तक आम मनुखा नूं आउंदी है। जो ज्यादा बेचैन ने, ज्यादा परेशान ने, वो 4-5 मिनट ही सुखोपति का, सुषुप्ति का आनंद माणते हैं। कुछ ऐसे ने 1 मिनट, तो कुछ एक नूं ये 1 मिनट भी नसीब नहीं आउंदी, सारी रात सुपने चलते रहते, सारी रात मन कम करता रहता है। ऐसे पुरुष जब सवेरे उठते हैं थके हुए, टुटे हुए, और हैरान होंदे ने सारी रात सुते भी हाँ पर थकेवा नहीं गया। दरअसल तन सुता रहा, मन कम करता रहा। मन ने सुपने की दुनिया रच ली तो मानसिक थकावट का तन दे अपना असर पैंदा है। इस वास्ते कहते हैं सुषुप्ति, सुखोपति समाधि दे बहुत नेड़े है। जीवन चेतना दियां ये 3 हालतां ने, जागृत, स्वपन, सखोपत। जीवन दे घटनावां भी 3 तरह दियां घटदियां, जन्म, जीवन, मरण। समय दियां हालतां भी 3 ने, भूत, भविष्य, वर्तमान, माजी, हाल, मुस्तकबिल। इसी तरीके दे नाल गौर नाल देखिए तो जीवन लंघदा भी 3 पड़ावां चो है, बचपना, जवानी, बुढ़ेपा। बहुत कुछ तिन्ना दे विच है। जन्म, जीवन, मरण, बचपन, जवानी, बुढ़ेपा।
ਜਾਗਰਤ ਸੁਪਨ ਸਖੋਪਤ। ਮਨ ਦੀਆਂ ਇਹ ਤਿੰਨ ਹਾਲਤਾਂ। ਮਨ ਦੇ ਤਿੰਨ ਤਰ੍ਹਾਂ ਦੇ ਸੁਭਾਅ, ਰਜੋ ਗੁਣ, ਤਮੋ ਗੁਣ, ਸਤੋ ਗੁਣ। ਇਸ ਵਕਤ ਮੈਂ ਜੋ ਆਪ ਜੀ ਦੇ ਸਾਹਮਣੇ ਵਿਚਾਰ ਰੱਖਣ ਲੱਗਾ, ਵਰਨਾ ਇੱਕ ਇੱਕ ਵਿਸ਼ਾ ਆਪਣੇ ਆਪ ਦੇ ਵਿੱਚ ਮਹਾਨ ਹੈ। ਬਚਪਨ, ਜਵਾਨੀ, ਬੁਢੇਪਾ, ਰਜੋ, ਤਮੋ, ਸਤੋ, ਜਨਮ, ਜੀਵਨ, ਮਰਨ। ਇਸ ਵਕਤ ਜਿਸ ਪ੍ਰਕਰਨ ਨੂੰ ਦਾਸ ਲੈ ਰਿਹਾ, ਜਾਗਰਤ ਸੁਪਨ ਸਖੋਪਤ। ਦਿਨ ਭਰ ਜੋ ਮਨੁੱਖੀ ਮਨ ਦੀ ਚਾਹਤ ਆਉਂਦੀ ਹੈ, ਅਗਰ ਉਹ ਪੂਰੀ ਨਹੀਂ ਹੋਈ ਤਾਂ ਫਿਰ ਰਾਤ ਨੂੰ ਸੁਪਨੇ ਦੇ ਚ ਹੋਵੇਗੀ। ਸੁਪਨਿਆਂ ਦਾ ਸਾਡੇ ਮਾਨਸਿਕ ਮੰਡਲ ਦੇ ਨਾਲ ਬਹੁਤ ਗਹਿਰਾ, ਬਹੁਤ ਵੱਡਾ ਸੰਬੰਧ ਹੈ। ਸਤਿਗੁਰੂ ਦੀ ਬਾਣੀ ਕਹਿੰਦੀ ਏ, ਤੂੰ ਦਿਨ ਨੂੰ ਤੇ ਪ੍ਰਮਾਤਮਾ ਦਾ ਨਾਮ ਜਪ, ਪਰ ਸੁੱਤਿਆਂ ਵੀ ਜਪ। ਉਠਤ ਬੈਠਤ ਸੋਵਤ ਨਾਮ। ਹੱਦ ਹੋ ਗਈ। ਚਲੋ ਉੱਠਦਿਆਂ ਬੈਠਦਿਆਂ ਜਪ ਲਿਆ, ਪਰ ਸੁੱਤਿਆਂ ਜਦ ਨੀਂਦ ਦੇ ਚਲੇ ਗਏ ਫਿਰ ਕਿਵੇਂ ਜਪੀਏ? ਸਤਿਗੁਰੂ ਦੀ ਬਾਣੀ ਕਹਿੰਦੀ ਜੀਵਨ ਬੜਾ ਕੀਮਤੀ ਹੈ, ਔਰ ਇਹ ਨੀਂਦ ਦੇ ਵਿੱਚ ਵੀ ਅਜਾਈਂ ਵਿਅਰਥ ਨਹੀਂ ਜਾਣਾ ਚਾਹੀਦਾ। ਪਰ ਤੁਸੀਂ ਆਖੋਗੇ ਮਜਬੂਰੀ ਹੈ, ਪਰ ਨੀਂਦ ਦੇ ਵਿੱਚ ਮਨੁੱਖ ਕਿਸ ਤਰ੍ਹਾਂ ਜਪੇਗਾ, ਕਿਵੇਂ ਜਪੇਗਾ? ਪ੍ਰਥਮ ਨੀਂਦ ਨੂੰ ਲਈਏ। ਨਵਜ਼ਾਇਦ ਬੱਚਾ, ਨਵਾਂ ਜਨਮਿਆ ਬੱਚਾ ਗਾਲਬਨ 24 ਘੰਟਿਆਂ ਦੇ 20 ਘੰਟੇ, 21 ਘੰਟੇ ਸੁੱਤਾ ਹੀ ਰਹਿੰਦਾ ਹੈ। ਦਿਨ ਦਿਨ ਕਰਕੇ ਇਹਦੀ ਉਮਰ ਵੱਧ ਰਹੀ ਹੈ ਤੇ ਦਿਨ ਦਿਨ ਕਰਕੇ ਫਿਰ ਨੀਂਦ ਘਟਦੀ ਹੈ। ਸਾਲ 2 ਸਾਲ ਦਾ ਹੋ ਗਿਆ, 15-16 ਘੰਟੇ ਹੁਣ ਵੀ ਸੌਂਦਾ ਹੈ। 4-5 ਸਾਲ ਦਾ ਹੋ ਗਿਆ, 10-11-12 ਘੰਟੇ ਹੁਣ ਵੀ ਸੌਂਦਾ ਹੈ। ਜਵਾਨ ਹੋ ਗਏ, 6-7 ਘੰਟੇ 8 ਘੰਟੇ ਹੁਣ ਵੀ ਸੌਂਦਾ ਹੈ। ਜਵਾਨੀ ਢਲੀ ਹੈ, ਬ੍ਰਿਧ ਅਵਸਥਾ ਹੋ ਗਈ ਹੈ, तो फिर भी आम हालत ਦੇ 5 ਘੰਟੇ ਤੇ ਮਨੁੱਖ ਸੌਂਦਾ ਹੀ ਹੈ। ਸਾਰੀ ਜ਼ਿੰਦਗੀ ਦੀ ਨੀਂਦ ਨੂੰ ਗਿਣੀਏ ਤਾਂ 1/3 ਜ਼ਿੰਦਗੀ ਸੁੱਤਿਆਂ ਹੀ ਲੰਘਦੀ ਹੈ। 1/3। ਗੁਰਮਤਿ ਨੂੰ, ਮਹਾਂਪੁਰਖਾਂ ਨੂੰ ਇਹ ਪ੍ਰਵਾਨ ਨਹੀਂ ਹੈ ਕਿ ਜ਼ਿੰਦਗੀ ਦਾ 1/3 ਹਿੱਸਾ ਸੁੱਤਿਆਂ ਹੀ ਲੰਘ ਜਾਏ, ਐਵੇਂ ਸੁੱਤਿਆਂ ਹੀ। ਜੀਵਨ ਤੋਂ ਕੀਮਤੀ ਤੇ ਹੋਰ ਕੁਛ ਹੈ ਨਹੀਂ, ਤੇ ਜੀਵਨ ਇੰਜ ਸੁੱਤਿਆਂ ਹੀ ਲੰਘ ਜਾਏ। ਮਹਾਰਾਜ ਕਹਿੰਦੇ ਸੋਣਾ ਤੇ ਲਾਜ਼ਮੀ, ਨੀਂਦ ਤੇ ਚਾਹੀਦੀ ਹੈ, ਪਰ ਨੀਂਦ ਵੀ ਤੇਰੀ ਸੁਹੇਲੀ ਹੋਵੇ, ਸੁਖਦਾਈ ਹੋਵੇ, ਸਫਲ ਹੋਵੇ। ਸੁਣ ਸਖੀਏ ਮੇਰੀ ਨੀਂਦ ਭਲੀ, ਮੈਂ ਆਪਨ ਨਾ ਪਿਰ ਮਿਲਿਆ। ਇਸ ਨੂੰ ਮੈਂ ਆਪ ਜੀ ਦੇ ਸਾਹਮਣੇ ਅਰਜ਼ ਕਰਾਂ। ਜਿੱਥੇ ਭਾਰਤ ਦੇ ਰਿਸ਼ੀ ਮੁਨੀਆਂ ਨੇ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ, ਗੁਰਮਤਿ ਨੇ ਸੌਣ ਨੂੰ ਮਹੱਤਤਾ ਦਿੱਤੀ ਹੈ ਕਿ ਸੁੱਤਿਆਂ ਵੀ ਪ੍ਰਭੂ ਦੀ ਬੰਦਗੀ ਹੋਵੇ, ਉੱਥੇ ਸੂਫੀ ਫਕੀਰਾਂ ਨੇ ਵੀ ਇਸ ਨੂੰ ਮਹੱਤਤਾ ਦਿੱਤੀ ਹੈ ਕਿ ਸੋਣਾ ਅਜਾਈ ਨਹੀਂ ਜਾਣਾ ਚਾਹੀਦਾ, ਸੁੱਤਿਆਂ ਵੀ ਬੰਦਗੀ ਹੋਵੇ, ਸੌਂ ਕੇ ਵੀ ਪ੍ਰਭੂ ਦੀ ਇਬਾਦਤ ਹੋਵੇ। ਫਿਰ ਤਰਕ ਖੜੀ ਆਉਂਦੀ ਹੈ, ਸੁੱਤਾ ਕਿਸ ਤਰ੍ਹਾਂ ਇਬਾਦਤ ਕਰੇਗਾ, ਸੁੱਤਿਆਂ ਕਿਸ ਤਰ੍ਹਾਂ ਨਾਮ ਜਪਿਆ ਜਾਵੇ। ਇਸ ਨੂੰ ਇੰਜ ਆਖਿਆ ਗਿਆ ਹੈ ਕਿ ਤੈਨੂੰ ਸੁਪਨੇ ਚੰਗੇ ਆਣੇ ਚਾਹੀਦੇ ਨੇ। ਚੰਗੇ, ਅਗਰ ਸੁਪਨੇ ਚੰਗੇ ਆ ਰਹੇ ਨੇ ਤਾਂ ਬੰਦਗੀ ਹੋ ਰਹੀ ਹੈ, ਰੱਬ ਦਾ ਨਾਮ ਜਪੜਿਆ ਜਾ ਰਿਹਾ ਹੈ। तो क्या सुपने साडे वस दी खेड है? साडे वस दी खेड है। संस्कारां दा बीज असी पांदे हां। हुण ते अज दे मनोचिंतक भी इस गल नाल सहमत हो गए ने कि दिन भर जो कुछ चाहत सी साडी नहीं पूरी हुई, परमात्मा रात नूं सुपने विच पूरी करदा, तां मन दा बोझ लैंदा है, नहीं ते हर बशर पागल हो जाए। दिन ਨੂੰ
ਮਨੁੱਖ ਦੀ ਚਾਹਤ ਸੀ ਕਿ ਫਲਾਣੇ ਦੀ ਬੇਇੱਜ਼ਤੀ ਕਰਨੀ ਹੈ, ਨਹੀਂ ਕਰ ਸਕਿਆ, ਮੌਕਾ ਨਹੀਂ ਹੱਥ ਲੱਗਿਆ, ਇਤਨੀ ਤਾਕਤ ਨਹੀਂ ਸੀ, ਰਾਤ ਨੂੰ ਸੁਪਨੇ ਵਿੱਚ ਕਰੇਗਾ। ਦਿਨ ਨੂੰ ਕਿਸੇ ਦਾ ਇਸਨੇ ਕਤਲ ਕਰਨਾ ਚਾਹਿਆ ਸੀ, ਮਾਰਨਾ ਚਾਹਿਆ ਸੀ, ਨਹੀਂ ਮਾਰ ਸਕਿਆ, ਮੌਕਾ ਨਹੀਂ ਬਣਿਆ, ਇਤਨੀ ਸਮਰੱਥਾ ਨਹੀਂ ਜੁਟਾ ਸਕਿਆ, ਰਾਤ ਨੂੰ ਸੁਪਨੇ ਵਿੱਚ ਕਰੇਗਾ। ਦਿਨ ਨੂੰ ਇਸਨੇ ਚੋਰੀ ਕਰਨੀ ਚਾਹੀ ਸੀ, ਨਹੀਂ ਕਰ ਸਕਿਆ, ਮੌਕਾ ਹੱਥ ਨਹੀਂ ਲੱਗਿਆ, ਇਤਨੀ ਸਮਰੱਥਾ ਨਹੀਂ ਜੁਟਾ ਸਕਿਆ, ਰਾਤ ਨੂੰ ਸੁਪਨੇ ਵਿੱਚ ਕਰੇਗਾ। ਕੋਈ ਦੁਰਾਚਾਰ ਕਰਨਾ ਇਸਨੇ ਚਾਹਿਆ ਸੀ, ਮੌਕਾ ਨਹੀਂ ਬਣਿਆ, ਇਤਨੀ ਸਮਰੱਥਾ ਨਹੀਂ ਜੁਟਾ ਸਕਿਆ, ਰਾਤ ਨੂੰ ਸੁਪਨੇ ਵਿੱਚ ਕਰੇਗਾ। ਪਰਮਾਤਮਾ ਨੂੰ ਮਿਲਣਾ ਚਾਹਿਆ ਸੀ, ਦਿਨ ਭਰ ਲੋਚਾ ਬਣੀ ਰਹੀ, ਸੁਰਤ ਸ਼ਬਦ ਵਿੱਚ ਜੁੜੇ, ਨਾਮ ਦਾ ਰਸ ਮਿਲੇ, ਨਹੀਂ ਮਿਲ ਸਕਿਆ। ਯਕੀਨ ਜਾਣੋ ਰਾਤ ਨੂੰ ਸੁਪਨੇ 'ਚ ਖੇਡ ਬਣੇਗੀ, ਲਾਜ਼ਮੀ ਬਣੇਗੀ। ਸੁਪਨਾ ਐਵੇਂ ਨਾ ਸਮਝ ਲੈਣਾ। ਦੁਨੀਆ ਭਰ ਦੇ ਵਿਦਵਾਨਾਂ ਨੇ ਇਸ ਵਿਸ਼ੇ ਦੇ ਉੱਤੇ ਬਹੁਤ ਵੱਡਾ ਕੰਮ ਕੀਤਾ ਹੈ। ਹਾਫਿਜ਼ ਤੇ ਹਕੀਮ ਸੀ, ਫਕੀਰ ਵੀ ਸੀ, ਹਕੀਮ ਵੀ ਸੀ। ਕੋਈ ਜਦ ਇਲਾਜ ਕਰਾਉਣ ਲਈ ਉਹਦੇ ਕੋਲ ਆਂਦਾ ਸੀ ਤੇ ਉਹਦੇ ਕੋਲ ਪਹਿਲੇ ਪੁੱਛਦਾ ਸੀ, ਤੈਨੂੰ ਰਾਤ ਨੂੰ ਸੁਪਨੇ ਘੇਰੇ ਆਏ ਨੇ, ਜਿਹੜੇ ਇੱਕ ਦੋ ਯਾਦ ਨੇ ਦੱਸ। ਭੁੱਲ ਜਾਂਦੇ ਨੇ ਕਰੀਬਨ ਸਵੇਰੇ ਉੱਠਦਿਆਂ ਤੱਕ, ਜਿਹੜੇ ਤੈਨੂੰ ਯਾਦ ਨੇ ਦੱਸ। ਉਸ ਆਧਾਰ ਦੇ ਉੱਤੇ ਉਹਦੀ ਮਨ ਸਥਿਤੀ ਨੂੰ ਸਮਝ ਕੇ ਹਾਫਿਜ਼ ਇਲਾਜ ਕਰਦਾ ਹੁੰਦਾ ਸੀ। ਇਸ ਸਦੀ ਦਾ ਹੋ ਗੁਜ਼ਰਿਆ ਬਹੁਤ ਵੱਡਾ ਮਨੀਸ਼, ਜਰਮਨੀ ਦਾ ਪ੍ਰਸਿੱਧ ਡਾਕਟਰ ਫਰਾਇਡ, ਮਨੋਚਿੰਤਕ, ਇਹ ਵੀ ਅਗਲਿਆਂ ਕੋਲ ਸੁਪਨਿਆਂ ਬਾਰੇ ਪੁੱਛਦਾ ਸੀ। ਸੁਪਨੇ ਐਵੇਂ ਨਾ ਸਮਝਣਾ ਨਾ, ਕੋਈ ਚੀਜ਼ ਆਪਣੇ ਆਪ ਨਹੀਂ ਪੈਦਾ ਹੁੰਦੀ, ਹਰ ਚੀਜ਼ ਦਾ ਬੀਜ ਹੈ। ਬਿਨਾਂ ਬੀਜ ਤੋਂ ਕੁਝ ਵੀ ਨਹੀਂ ਪੈਦਾ ਹੁੰਦਾ, ਪ੍ਰਭੂ ਦੀ ਐਸੀ ਲੀਲਾ ਹੈ। ਤੋ ਸੁਪਨੇ ਵੀ ਆਪਣੇ ਆਪ ਦੇ ਵਿੱਚ ਉਂਝ ਨਹੀਂ ਪੈਦਾ ਹੁੰਦੇ, ਇਹਨਾਂ ਦਾ ਵੀ ਬੀਜ ਹੈ, ਜੋ ਦਿਨ ਭਰ ਦੀ ਸਾਡੀ ਸੋਚਣੀ ਹੈ, ਜੋ ਦਿਨ ਭਰ ਦੀ ਸਾਡੀ ਚਾਹਤ ਹੈ, ਜੋ ਦਿਨ ਭਰ ਦੀ ਸਾਡੀ ਮੰਗ ਹੈ, ਜੋ ਦਿਨ ਭਰ ਦੇ ਸਾਡੇ ਵਿਚਾਰ ਨੇ, ਜੋ ਸਾਕਾਰ ਨਹੀਂ ਹੋ ਸਕੇ, ਪੂਰੇ ਨਹੀਂ ਹੋ ਸਕੇ, ਰਾਤ ਨੂੰ ਸੁਪਨੇ ਦੇ ਚਾਹੁੰਦੇ ਨੇ, ਗੁਬਾਰ ਮਨ ਤੋਂ ਲੈ ਜਾਂਦਾ ਹੈ। ਔਰ ਜੇ ਦਿਨ ਭਰ ਹਿਰਦਾ ਰੱਬ ਨੂੰ ਯਾਦ ਕਰਦਾ ਰਿਹਾ, ਅੰਦਰ ਤੜਪ ਰਹੀ ਹੈ ਕਿ ਨਾਮ ਦਾ ਰਸ ਮਿਲੇ, ਆਨੰਦ ਮਿਲੇ, ਨਹੀਂ ਗੱਲ ਬਣੀ, ਯਕੀਨ ਜਾਣੋ ਰਾਤ ਨੂੰ ਸੁਪਨੇ ਵਿੱਚ ਗੱਲ ਬਣੇਗੀ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ, ਜਾਗਨ ਤੇ ਸੁਪਨਾ ਭਲਾ, ਵਸੀਏ ਪ੍ਰਭ ਸੰਗ, ਕਦ ਦੇਖੋ ਪ੍ਰਭ ਆਪਣਾ, ਆਤਮ ਤੇ ਹਰ ਰੰਗ। ਐਸੇ ਜਾਗਣੇ ਨਾਲੋਂ ਉਹ ਸੁਪਨਾ ਚੰਗਾ ਹੈ। ਕੈਸੇ ਜਾਗਣੇ ਨਾਲੋਂ? ਜਿਸ ਜਾਗਣ ਵਿੱਚ ਯਾਦ ਕਰਦੇ ਰਹੇ, ਤੜਪਦੇ ਰਹੇ, ਉਹ ਮਿਲੇ, ਉਹ ਮਿਲੇ, ਗੱਲ ਨਹੀਂ ਬਣੀ। ਰਾਤ ਨੂੰ ਸੁਪਨੇ 'ਚ ਗੱਲ ਬਣ ਗਈ, ਪ੍ਰਾਪਤੀ ਹੋ ਗਈ, ਪਰਮ ਰਸ ਮਿਲ ਗਿਆ। ਇਸ ਨੂੰ ਥੋੜਾ ਜਿਹਾ ਮੈਂ ਇੰਝ ਵੀ ਸਪਸ਼ਟ ਕਰਾਂ। ਜਾਗਰਤ ਅਵਸਥਾ ਵਿੱਚ ਮਨੁੱਖ ਅਗਰ ਜੋ ਦੁਰਾਚਾਰ ਕਰੇ ਤਾਂ ਜਿਹੜੀ ਸਰੀਰ ਦੀ ਹਾਲਤ ਬਣਦੀ ਹੈ, ਯਕੀਨ ਜਾਣੋ ਅਗਰ ਸੁਪਨੇ ਵਿੱਚ ਅਗਰ ਇਹ ਕਰੇ ਤਾਂ ਵੀ ਸਰੀਰ ਦੀ ਉਹੀ ਹਾਲਤ ਬਣੇਗੀ। ਇੱਥੋਂ ਇੱਕ ਗੱਲ ਸਪਸ਼ਟ ਹੋ ਗਈ ਕਿ ਮਨ ਦੀ ਸੋਚਣੀ, ਚਾਹੇ ਤਨ ਜਾਗਰਤ ਅਵਸਥਾ 'ਚ ਹੋਵੇ, ਚਾਹੇ ਸੌ ਰਿਹਾ ਹੋਵੇ, ਇਹ ਤਨ ਨੂੰ ਪ੍ਰਭਾਵਿਤ ਕਰਦੀ ਹੈ। ਆਪ ਸਾਰੇ ਸਿਆਣੇ। ਦਿਨ ਨੂੰ ਮਨੁੱਖ ਦੇ ਮਨ ਵਿੱਚ ਵਾਸ਼ਨਾ ਪੈਦਾ ਹੋਵੇ, ਇਹ ਵਾਸ਼ਨਾ ਜੈਸੇ ਤਨ ਨੂੰ ਅੰਦੋਲਿਤ ਕਰਦੀ ਹੈ, ਪ੍ਰਭਾਵਿਤ ਕਰਦੀ ਹੈ। ਰਾਤ ਨੂੰ ਸੁਪਨੇ 'ਚ ਅਗਰ ਪੈਦਾ ਹੋ ਗਈ ਹੈ ਤਾਂ ਵੀ ਸਰੀਰ ਦੇ ਉੱਤੇ ਪ੍ਰਭਾਵ ਪਾਏਗੀ ਔਰ ਸਰੀਰ ਦੀ ਉਹੀ ਹਾਲਤ ਬਣੇਗੀ। ਹਰ ਉਹ ਕਰਮ ਜੋ ਜਾਗਰਤ ਅਵਸਥਾ ਦੇ ਵਿੱਚ ਸਾਡੇ ਤਨ ਨੂੰ ਪ੍ਰਭਾਵਿਤ ਕਰਦਾ ਹੈ, ਸੁਪਨ ਅਵਸਥਾ ਦੇ ਵਿੱਚ ਵੀ ਪ੍ਰਭਾਵਿਤ ਕਰੇਗਾ, ਲਾਜ਼ਮੀ ਕਰੇਗਾ। ਤਦੀ ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਉਸ ਜਾਗਰਤ ਅਵਸਥਾ ਦੇ ਨਾਲੋਂ ਉਹ ਸੁਪਨਾ ਚੰਗਾ। ਕਿਹੜਾ? ਜਾਗਰਤ ਅਵਸਥਾ ਦੇ ਤੇ ਤੜਪਦੇ ਰਹੇ ਕਿ ਪ੍ਰਮਾਤਮਾ ਮਿਲੇ, ਪ੍ਰਮਾਤਮਾ ਮਿਲੇ, ਜਪ ਕਰਦੇ ਰਹੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੱਲ ਨਹੀਂ ਬਣੀ, ਮਨ ਜੁੜਿਆ ਨਹੀਂ। ਰਾਤ ਨੂੰ ਸੁਪਨੇ 'ਚ ਮਨ ਜੁੜੇਗਾ,
और जुड़दियां आनंद भी बन जाएगा। और आनंद किस नूं कहंदे ने इस सुपने च पता भी चल जाएगा। तदी महाराज कहंदे ऐसे जागने नालों वो सुपना चंगा। गुरु नानक देव जी महाराज वडहंस राग दे पावन पवित्र शब्द दे कहंदे ने सुपने आया भी गया, मैं जल भरिया रोए, आए न सका तुझ कन प्यारे, भेज न सका कोए। उस सुपने च आया पर करिए कि नींद टूट गई। अगर सुपना बहुत प्रभावित करे, बहुत अंदोलित करे, बहुत आनंदित करे तां भी नींद खुल जाती है। सुपना बहुत भयभीत करे, डरावना होवे तां भी नींद खुल जाती है। तन ते प्रभाव पैंदा है। अगर कोई डरावना ते भयानक सुपना चल रहा है, बहुत लंबा नहीं चल सकेगा, एकदम अख खुल जाएगी डर तो, भय तो। पर जी बहुत रसदायक चल रहा है, बहुत आनंददायक चल रहा है, ये सुपना भी लंबा नहीं चलेगा, छेती अख खुल जाएगी। क्योंकि तन ते प्रभाव पैंदा है और इतना गहरा प्रभाव पैंदा है, फिर तन अपने आप को संभाल नहीं सकता, अख खुल जाती है, मनुख जाग जाता है। साहिब कहते ने सुपने आया भी गया, मैं जल भरिया रोए, आए न सका तुझ कन प्यारे, भेज न सका कोए। तेन सुपने च वेख्या, नींद टुट गई, सुपना चला गया, हुण मैं तेरे कोल किस तरह आवां ते किस नूं भेजां। ऐ सुपने दी दुनिया विच मिलन वाले हुण मैं की उपराला जुटावां कि तेरा मिलाप होवे। सतगुरु दसदे ने, मंग करदे ने, आओ सुभागी नींदड़िए, मत शौ देखा सोए। ऐ भागा भरी नींद एक दफा तू फिर आ। मैं फिर अर्ज करा, किसी दा जागना भी भागा भरिया नहीं होंदा, किसी दा सौना भी भागा भरिया होंदा। इस वास्ते पातशाह दी बाणी कहंदी, क्या सौना क्या जागना, गुरमुख ते प्रवान। गुरमुख सुता होया भी जागया होया है, मनमुख जागया होया भी सुता होया है। ये हकीकत है, सच्चाई है। महाराज कहते हैं, ऐ भागा भरी नींद तू एक दफा फिर आओ सुभागी नींदड़िए, मत शौ देखा सोए। मता फिर मैनू झलक मिले, फिर प्राप्ति होवे। गुरु अर्जन देव जी महाराज का बड़ा सुंदर फरमान, फुने छंद। आप कहते हैं सुपने उभी भई। मैं अर्ज करा, मैं इस वक्त एक वो विचार थोड़े सामने रख रहे हैं कि मनुख नींद नूं भी सफल कर सकता है, सोना भी प्रभु दे लेखे ला सकता है। जिंदगी का एक मिनट भी अजाई नहीं जाना चाहिए, सुतिया क्यों अजाई जाए। दिन भर दी परबल चाहत, दिन भर दी परबल तड़प, दिन भर दी परबल सोचनी विचार चितवनी, रात नूं सुपने बनदी। और कि कुछ सुपनियां दा पूर्वले जन्म नाल, कोई पुराने समय नाल भी ताल्लुक होंदा है। जैसे कुछ बीज जमीन दे पै रह जाते, बहुत समय बाद उगदे, छेती नहीं उगदे। इस तरह कुछ संस्कार पै रह जाते, उन्हां दा ताल्लुक साडी बहुत पूर्वली ते पुरानी जिंदगी नाल हो सकता है। जिससे रात नूं कोई सुपने च उड़दा पिया तो पिछले जन्म में जरूर पंछी रहा है, उड़दा रहा है, अंदर संस्कार मौजूद ने, या उड़न की चाहत करता रहा है। कुछ ना कुछ इन्हां दोहां च गल सी। खैर मुख्तसर में अर्ज करा, धन गुरु अर्जन देव जी महाराज कहते सुपने उभी भई। महाराज कहते सी सुपने दे खड़े हो गए, नींद दो रूप हो गए, एक ते असी सी
ਤੇ ਇੱਕ ਜਿਸ ਦੀ ਚਾਹਤ ਦੇ ਸੌਂ ਗਏ ਸੀ ਉਹ ਸਾਹਮਣੇ ਪ੍ਰਗਟ ਹੋ ਗਿਆ। ਸੁਪਨੇ ਉਭੀ ਭਈ ਗਇਓ ਕੀ ਨਾ ਅੰਚਲਾ। ਆਂਚਲ ਕਿਉਂ ਨਹੀਂ ਪਕੜ ਲਿਆ ਉਸਦਾ ਜੋ ਸੁਪਨੇ 'ਚ ਆਇਆ? ਉਹਦਾ ਦਾਮਨ ਪਕੜ ਲੈਣਾ ਸੀ। ਅੰਦਰ ਇਤਨਾ ਖਿਆਲ ਪੈਦਾ ਹੋ ਜਾਏ ਸੁਪਨੇ ਨੂੰ ਲੰਬਾ ਕਰਨਾ ਹੈ, ਅੱਖ ਖੁੱਲ ਜਾਂਦੀ ਹੈ, ਨੀਂਦ ਟੁੱਟ ਜਾਂਦੀ ਹੈ। ਬਹੁਤ ਸਾਰਿਆਂ ਦਾ ਇਹ ਅਨੁਭਵ ਹੋਵੇਗਾ, ਇਹ ਵੀ ਮੈਂ ਅਰਜ਼ ਕਰਦੇ ਹਾਂ। ਥੋੜਾ ਜਿਵੇਂ ਬੌਧਿਕ ਤਲ ਤੇ ਜੀਣ ਵਾਲਾ ਮਨੁੱਖ ਜ਼ਰੂਰ ਸੋਚਦਾ ਹੋਵੇਗਾ ਇਹ ਸੁਪਨੇ ਕੀ ਨੇ, ਔਰ ਉਸਦਾ ਬਕਾਇਦਾ ਮਨ ਦੇ ਉੱਤੇ ਬਕਾਇਦਾ ਪ੍ਰਭਾਵ ਪੈਂਦਾ ਹੈ। ਮਨ ਨਿਰਮਲ ਵੀ ਹੋ ਜਾਂਦਾ ਹੈ, ਮਨ ਮਲੀਨ ਵੀ ਹੋ ਜਾਂਦਾ ਹੈ ਮੈਲੇ ਸੁਪਨਿਆਂ ਨਾਲ। ਇਹ ਵੀ ਮੈਂ ਅਰਜ਼ ਕਰਦੇ ਹਾਂ। ਸੁਪਨੇ ਉਹ ਵੀ ਭਈ ਗਇਓ ਕੀ ਨਾ ਅੰਚਲਾ। आंचल क्यों नहीं पकड़ लिया? तो दूसरी पंक्ति सुंदर पुरख विराजत पेख मन बंचला। वो ऐसा सुंदर, वो ऐसा खूबसूरत, उसने ऐसा प्रभावित किया, असी तकदे ही रह गए, आंचल पकड़ना ही भुल गए, नहीं चेते रहे। अगर इतना ही ख्याल आ जाए ना सुपने लंबा करना है तो पकड़ना है, यकीन जानो नींद खुल जाती है। गयो की ना अंचला सुंदर पुरख बिराजत पेख मन बंचला। खोजो ताके चरण कहो कत पाइए, हर हां सोई जतन बताए सखी प्रयो पाइए। महाराज कहते हुण जागृत अवस्था दे उस नूं लभ रहे हैं जिहदी झलक सुपने च मिली। मैं छोटी उम्र दे बाबा बलवंत सिंह कोल गुरबाणी व्याकरण पढ़दा रहा ते उन्हां दी एक आदत भी सी कि रात नूं गुरप्रताप सूरज की एक साखी सुननी या पढ़नी। एक आदत सौण तो पहले। कटक की गल है, भुवनेश्वर कटक उड़ीसा, जिथे साहिब गुरु नानक देव जी महाराज का इतिहासक स्थान है गुरुद्वारा दातन साहब। उत्थे शाम नूं जद दास ने इस सूरज प्रकाश की एक साखी सुनानी आरंभ की, मैनू कह दिता सी भी रात नूं साखी 2-4 दिन तुसी सुनाओ। साखी मैं आरंभ की, थोड़ी देर बाद सौ गए। हुण साखी तो मैं पूरी करनी सी, वो मैं पूरी कर दी। दूजे दिन भी इस तरह ही होया, अद्धी साखी दे विच ही सौ गए। ते तीसरे दिन मैनू कहने लगे पोथी लिया, साखी सुना। ते मैं कहा की करनी है सुन के, तुसी तो सौ जांदे हो उस वक्त ही। ते मैं चूंकि साखी आरंभ कर बैठा हुंदा तो पूरी करनी पैंदी है, तुसी तो सौ जांदे हो। ते जद सौ गए तो इसका की लाभ? कुछ भी नहीं। उस वक्त जिहड़ी गल कही सी मेरी समझ च नहीं आई सी। उदों कहने लगे साखी सुनदियां सुनदियां इसे लगन इसे चाहत दे जद मैं सौ जाना नींद आ जाती है तो रात नूं सुपना भी होई चलदा है। मैं अपनी नींद नूं सहेला करन लई साखी सुनदा हां, ना कि साखी नूं सुनन लई साखी सुनदा। उदों गल मेरी समझ च नहीं आई सी। सहजे सहजे इसका पता चलिया और फिर यह भी गल समझ च आई कि यह क्यों हुक्म है कि कीर्तन सोयला पढ़ के सोवो, ध्यान गुरबाणी दे चौवे ते सोवो, ताकि रात नूं पवित्र सुपने आवन, नींद सुहेली होवे, नींद भागां भरी होवे। नींद दी अपनी अहमियत है, खासियत है, खास करके उस नींद दी जिस दे पवित्र सुपने आवन। भगत कबीर ते इत्थे तक कहंदे ने, कबीर सुपने हूं बिरड़ाए के, जह मुख निकसे राम, ताके पग की पन ही मेरे तन को चाम। सुपने विच
ਅਕਸਰ ਕਈ ਦਫਾ ਐਸਾ ਪ੍ਰਬਲ ਵੀ ਸੁਪਨਾ ਆਉਂਦਾ ਹੈ ਕਿ ਮਨੁੱਖ ਨੀਂਦ ਵਿੱਚ ਬੋਲਣ ਵੀ ਲੱਗ ਪੈਂਦਾ ਹੈ। ਦਾਸ ਨਾਲ ਇੱਕ ਵਿਦਿਆਰਥੀ ਸੀ, ਰਾਤ ਨੂੰ ਸੁੱਤਿਆਂ ਗਾਲਾਂ ਕੱਢਦਾ ਸੀ, ਔਰ ਜਿਸ ਨੂੰ ਗਾਲਾਂ ਕੱਢਦਾ ਸੀ ਉਹ ਵੀ ਸੱਜਣ, ਉਹ ਵੀ ਦਾਸ ਦੇ ਨਾਲ ਚੱਲਦਾ ਸੀ। ਹੈਰਾਨਗੀ ਹੋਈ, ਹਰ ਦੂਜੇ ਤੀਜੇ ਦਿਨ ਉਹ ਨੀਂਦ ਵਿੱਚ ਬੜਬੜਾਵੇ ਤੇ ਗਾਲਾਂ ਕੱਢੇ, ਬੜੀਆਂ ਭੈੜੀਆਂ ਭੈੜੀਆਂ। ਇੱਕ ਦਿਨ ਮੇਰੇ ਕੋਲ ਰਿਹਾ ਨਹੀਂ ਗਿਆ, ਜਦੋਂ ਗਾਲਾਂ ਕੱਢ ਰਿਹਾ ਸੀ ਨੀਂਦ ਵਿੱਚ ਤੇ ਮੈਂ ਜਗਾ ਲਿਆ। ਇਹ ਕੀ ਕਰਦਾ, ਇੰਨੀਆਂ ਭੈੜੀਆਂ ਗਾਲਾਂ, ਔਰ ਉਹ ਵੀ ਉਸ ਨੂੰ ਜਿਹੜਾ ਸਾਡੇ ਨਾਲ ਚੱਲਦਾ। ਉਹਨੇ ਸੱਚਾਈ ਉਗਲ ਦਿੱਤੀ, ਕਹਿੰਦੇ ਦਿਨ ਨੂੰ ਤੁਹਾਡੇ ਡਰ ਦੇ ਮਾਰੇ ਗਾਲ ਨਹੀਂ ਨਿਕਲਦੀ, ਹੁਣ ਰਾਤ ਨੂੰ ਵੀ ਨਾ ਕੱਢਾਂ, ਕੀ ਕਰਾਂ? ਕਹਿੰਦੇ ਦਿਨ ਨੂੰ ਤਾਂ ਮੈਂ ਸੰਜਮ ਰੱਖ ਲੈਣਾ, ਰਾਤ ਨੂੰ ਨਿਕਲ ਜਾਂਦੀ ਹੈ, ਰਾਤ ਨੂੰ ਮੇਰਾ ਕੰਟਰੋਲ ਰਹਿੰਦਾ ਨਹੀਂ, ਮੈਂ ਕੀ ਕਰਾਂ? ਸੁਪਨੇ 'ਚ ਮਨੁੱਖ ਦਾ ਕੰਟਰੋਲ ਨਹੀਂ ਰਹੇਗਾ, ਔਰ ਸੁਪਨਾ ਉਸੇ ਦਾ ਆਵੇਗਾ ਜੋ ਦਿਨ ਭਰ ਦੀ ਚਾਹਤ ਹੁੰਦੀ ਹੈ, ਜੋ ਦਿਨ ਭਰ ਦੀ ਸੋਚਣੀ ਆਉਂਦੀ ਹੈ, ਜੋ ਦਿਨ ਭਰ ਦੀ ਮੰਗ ਹੁੰਦੀ ਹੈ। ਸੁਪਨੇ ਐਵੇਂ ਨਹੀਂ ਆਉਂਦੇ, ਇਹ ਵੀ ਮੈਂ ਅਰਜ਼ ਕਰਦੇ ਹਾਂ। ਮਨੁੱਖ ਜਿਸ ਤਰ੍ਹਾਂ ਦੇ ਖਿਆਲ ਲੈ ਕੇ ਸੌਂ ਜਾਏ, ਸੋਚੇ, ਰਾਤ ਨੂੰ ਸੁਪਨਿਆਂ ਦੀ ਦੁਨੀਆ ਉਹੀ ਬਣਦੀ ਹੈ। ਇੱਕ ਹੋਰ ਵੀ ਮੈਂ ਤੁਹਾਨੂੰ ਜ਼ਿੰਦਗੀ ਦਾ ਵਾਕਿਆ ਸੁਣਾਵਾਂ। ਸਾਵਣ ਦਾ ਮਹੀਨਾ ਸੀ, ਇਧਰ ਇੰਦੌਰ ਰਤਲਾਮ ਸਾਈਡ, ਉਹਨਾਂ ਦਿਨਾਂ 'ਚ ਕਥਾਵਾਂ ਦੀ, ਗੁਰੂ ਗ੍ਰੰਥ ਸਾਹਿਬ ਦੀ ਕਥਾ ਦੀ ਪਰੰਪਰਾ ਬਹੁਤ ਚੱਲਦੀ ਹੈ। ਲੱਕੜ ਦੇ ਠੇਕੇਦਾਰ ਲੋਕ ਨੇ, ਬਰਸਾਤਾਂ ਸ਼ੁਰੂ ਹੋ ਜਾਂਦੀਆਂ ਨੇ, ਵੇਲੇ ਹੋ ਜਾਂਦੇ ਨੇ, ਤਾਂ 2-2, 3-3 ਟਾਈਮ ਗੁਰਦੁਆਰਿਆਂ 'ਚ ਕਥਾ ਚੱਲਦੀ ਹੈ। 15 ਦਿਨ ਦਾ ਸੰਸਕ੍ਰਿਤੀ ਸ਼ਲੋਕਾਂ ਦੀ ਕਥਾ ਰਤਲਾਮ ਕਰ ਰਿਹਾ ਸੀ। ਪਾਣੀਪਤ ਤੋਂ ਕੱਪੜਾ ਵੇਚਣ ਵਾਲੇ ਦਿਨ ਭਰ ਕੱਪੜਾ ਵੇਚਦੇ ਸਨ ਤੇ ਰਾਤ ਨੂੰ ਗੁਰਦੁਆਰੇ 'ਚ ਹੀ ਆ ਕੇ ਸੌ ਜਾਂਦੇ ਸਨ। ਗਰਮੀਆਂ ਦੇ ਦਿਨ ਸਨ, ਬਾਹਰ ਬਰਾਂਡੇ 'ਚ ਹੀ ਪੈ ਜਾਂਦੇ ਸਨ। ਇੱਕ ਦਿਨ ਐਸਾ ਹੋਇਆ, ਕਿਧਰੇ ਜ਼ੋਰ ਦਾ ਮੀਂਹ ਪਿਆ ਤੇ ਬਰਾਂਡਿਆਂ 'ਚ ਵੀ ਪਾਣੀ ਆ ਗਿਆ ਤੇ ਕੱਪੜਿਆਂ ਦੀਆਂ ਉਹਨਾਂ ਦੀਆਂ ਗੱਠਾਂ ਸਨ ਜੋ ਮੋਢੇ ਤੇ ਰੱਖ ਕੇ ਵਿਚਾਰੇ ਵੇਚਦੇ ਸਨ। ਉਹਨਾਂ ਨੇ ਮੇਰੇ ਕਮਰੇ ਦਾ ਦਰਵਾਜ਼ਾ ਖਟਖਟਾਇਆ, ਮੈਂ ਖੋਲਿਆ, ਮੈਂ ਕਿਹਾ ਦੱਸੋ? ਕਹਿਣ ਲੱਗੇ ਗਿਆਨੀ ਜੀ, ਕੱਪੜੇ ਸਾਡੇ ਸਾਰੇ ਖਰਾਬ ਹੋ ਜਾਣਗੇ, ਕੀਮਤੀ ਕੱਪੜੇ ਨੇ, ਅਸੀਂ ਵੇਚਣੇ ਨੇ, ਸਾਡਾ ਧੰਦਾ ਹੈ, ਬਰਾਂਡੇ 'ਚ ਬਹੁਤ ਪਾਣੀ ਆ ਗਿਆ, ਮੀਂਹ ਥੰਮਦਾ ਹੀ ਨਹੀਂ ਪਿਆ, ਤੇ ਤੁਸੀਂ ਇਜਾਜ਼ਤ ਦੇ, ਅਸੀਂ ਕੱਪੜਿਆਂ ਦੀਆਂ ਗੱਠਾਂ ਤੁਹਾਡੇ ਕਮਰੇ 'ਚ ਰੱਖ ਦਈਏ? ਮੈਂ ਕਿਹਾ ਕੋਈ ਗੱਲ ਨਹੀਂ, ਗੱਠਾਂ ਵੀ ਰੱਖ ਦਿਓ, ਤੁਸੀਂ ਵੀ ਅੰਦਰ ਆ ਜਾਓ, ਕਾਫੀ ਵੱਡਾ ਕਮਰਾ ਹੈ, ਬਰਾਂਡੇ 'ਚ ਕਿਸ ਤਰ੍ਹਾਂ ਸੌਗੇ? ਪਾਣੀ ਵੱਧਦਾ ਜਾ ਰਿਹਾ, ਵਾਛੜ ਪੈ ਰਹੀ ਹੈ। ਅੱਧੀ ਰਾਤ ਦਾ ਸਮਾਂ, ਮੈਂ ਉਹਨਾਂ 2 ਸੱਜਣਾਂ ਨੂੰ ਅੰਦਰ ਵਾੜ ਲਿਆ, ਪਰ ਅੱਧੇ ਘੰਟੇ ਬਾਅਦ ਦੇਖ ਕੇ ਮੇਰੀ ਹੈਰਾਨਗੀ ਹੋਈ, ਸੁੱਤਿਆਂ ਹੀ ਉਸ ਬੰਦੇ ਨੇ ਆਪਣਾ ਚੋਲਾ ਫਾੜ ਲਿਆ ਤੇ ਮੈਂ ਸੋਚਿਆ ਤੇ ਕੋਈ ਪਾਗਲ ਮੈਂ ਅੰਦਰ ਵਾੜ ਬੈਠਾ, ਇਹ ਤੇ ਠੀਕ ਨਹੀਂ। ਮੈਂ ਕਿਹਾ ਖੈਰ ਹੋਵੇ ਸਹੀ, ਇਹ ਤੇ ਕੋਈ ਪਾਗਲ ਅੰਦਰ ਵਾੜ ਬੈਠਾ। ਤੇ ਜਦ ਉਸਨੇ ਚੋਲਾ ਫਾੜਿਆ ਤਾਂ ਮੈਂ ਡਰਦੇ ਮਾਰੇ ਉਸਨੂੰ ਜਗਾਇਆ, ਇਹ ਕੀ? ਕਹਿੰਦਾ ਹੈ ਗਿਆਨੀ ਜੀ, ਕਮੀਜ਼ ਫਟ ਗਈ। ਕਹਿੰਦਾ ਮੈਂ ਤੇ ਇੱਕ ਮਾਈ ਨੂੰ ਕੱਪੜਾ ਫਾੜ ਕੇ ਦੇ ਰਿਹਾ ਸੀ, ਕਿਤੇ ਵਿਚਾਰਾ ਗਲੀ ਦੇ ਵਿੱਚ ਕੱਪੜੇ ਵੇਚਣ ਜਾਂਦਾ ਹੋਣਾ, ਮਾਈ ਨਾਲ ਲੰਬੀ ਚੌੜੀ ਬਹਿਸ ਹੋਈ ਹੋਣੀ ਹੈ ਤੇ ਹਿਸਾਬ ਕਿਤਾਬ ਦੇ ਨਾਲ ਕਿਧਰੇ ਗੱਲ ਸਿਰੇ ਚੜੀ ਨਹੀਂ ਹੋਣੀ, ਮਾਈ ਨੇ ਕੱਪੜਾ ਲਿਆ ਨਹੀਂ ਹੋਣਾ ਤੇ ਅੰਦਰ ਸੋਚਦਾ ਵਿਚਾਰਾ ਕਿਧਰੇ ਸੌਂ ਗਿਆ, ਕਿਧਰੇ ਉਹ ਲੈ ਲੈਂਦੀ ਤੇ ਠੀਕ ਸੀ, ਵਿਕ ਜਾਂਦਾ ਤੇ ਠੀਕ ਸੀ, ਇਸੇ ਚਾਹਤ 'ਚ ਕਿਧਰੇ ਸੌਂ ਗਿਆ, ਰਾਤ ਨੂੰ ਆਪਣੀ ਕਮੀਜ਼ ਪਿਆ ਫਾੜਦਾ ਹੈ। ਇੱਕ ਸਚਾਈ। ਉਸ ਤੋਂ ਬਾਅਦ ਸੁਪਨਿਆਂ ਦੇ ਸੰਬੰਧ ਵਿੱਚ ਦਾਸ ਨੇ ਸੂਫੀ ਕਲਾਮ, ਹੋਰ ਬੜੇ ਬੜੇ ਮਨੀਸ਼ ਜਿਹੜੇ ਨੇ, ਉਹਨਾਂ ਦੀਆਂ ਵਿਚਾਰਾਂ ਨੂੰ ਪੜ੍ਹਿਆ, ਸਟੱਡੀ ਕੀਤੀ, ਇੱਕ ਸਚਾਈ ਮੇਰੇ ਸਾਹਮਣੇ ਆ ਗਈ। ਫਿਰ ਮੈਂ ਆਪਣੀ ਜ਼ਿੰਦਗੀ ਦੇ ਸੁਪਨਿਆਂ ਨੂੰ ਦੇਖਿਆ, ਵਾਕਈ 90% ਸੁਪਨੇ ਉਹ ਨੇ ਜੋ ਦਿਨ ਭਰ ਦੀ ਚਾਹਤ ਹੈ, ਜੋ ਦਿਨ ਭਰ ਦੀ ਮੰਗ ਹੈ, ਜੋ ਦਿਨ ਭਰ ਦੀ ਸੋਚਣੀ ਹੈ, ਜੋ ਗਹਿਰੀ ਸੋਚਣੀ ਹੈ, ਉਹੀ ਤੇ ਸੁਪਨੇ ਬਣਦੇ ਨੇ, ਹੋਰ ਕੀ ਸੁਪਨੇ ਬਣਦੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਇਸ ਸੰਬੰਧ ਵਿੱਚ ਇੱਕ ਸਵਈਆ ਸਰਵਨ ਕਰਾਵਾਂ। ਕਬੀਰ ਵੀ ਸਹਿਮਤ ਨੇ ਇਸ ਨਾਲ। ਕਬੀਰ ਵੀ ਕਹਿੰਦੇ ਨੇ, ਰਾਤ ਨੂੰ ਸੁਪਨੇ ਵਿੱਚ ਕਿਸੇ ਦੀ ਜ਼ਬਾਨ ਚੋਂ ਰਾਮ ਨਿਕਲ ਜਾਏ,
सुपने हूं बिरड़ाए के, जह मुख निकसे राम, तांके पग की पनही मेरे तन को चाम। ਉਹਨੂੰ ਬਾਜ਼ਾਰੋਂ ਜੁੱਤੀ ਮੁੱਲ ਲੈਣ ਦੀ ਲੋੜ ਨਹੀਂ। ਕਬੀਰ ਕਹਿੰਦੇ ਨੇ ਮੈਂ ਆਪਣੀ ਖਲੜੀ ਦੀ ਜੁੱਤੀ ਬਣਾ ਕੇ ਉਹਦੇ ਚਰਨਾਂ ਦੇ ਵਿੱਚ ਪਾਵਾਂ। ਉਹ ਮਨੁੱਖ ਇਤਨਾ ਮਹਾਨ ਹੈ, ਉਹ ਤੇ ਪੂਜਣਯੋਗ ਹੈ। ਇਹਦਾ ਮਤਲਬ ਦਿਨ ਨੂੰ ਤੜਪਦਾ ਰਿਹਾ ਹੈ ਰਾਮ ਦੇ ਲਈ, ਦਿਨ ਨੂੰ ਸੋਚਦਾ ਰਿਹਾ ਹੈ ਪ੍ਰਮਾਤਮਾ ਦੇ ਲਈ, ਦਿਨ ਨੂੰ ਉਸ ਦੀ ਤਲਬ ਰਹੀ ਹੈ, ਤਾਂ ਹੀ ਤੇ ਰਾਤ ਨੂੰ ਸੁਪਨੇ 'ਚ ਰਾਮ ਨਿਕਲ ਗਏ ਇਹਦੇ ਮੂੰਹ। ਐਵੇਂ ਥੋੜ੍ਹੀ ਨਿਕਲਦਾ। ਲੋਕੀ ਸੁਪਨਿਆਂ 'ਚ ਗਾਲਾਂ ਕੱਢਦੇ ਰਹਿੰਦੇ ਨੇ, ਬੜਬੜਾਉਂਦੇ ਰਹਿੰਦੇ ਨੇ, ਪਤਾ ਨਹੀਂ ਕੀ ਕੁਝ ਕਰਦੇ ਰਹਿੰਦੇ ਨੇ ਸੁਪਨਿਆਂ 'ਚ। ਕਈਆਂ ਨੂੰ ਤਾਂ ਇਤਨੇ ਭयंकर ਡਰਾਵਣੇ ਸੁਪਨੇ ਆਉਂਦੇ ਨੇ, ਪਲੰਗ ਤੋਂ ਥੱਲੇ ਜਾ ਪੈਂਦੇ ਨੇ, ਕਈ ਨੀਂਦ ਦੇ ਚੱਲਦੇ ਨੇ। ਭਾਈ ਗੁਰਦਾਸ ਜੀ ਦਾ ਇਸ ਸੰਬੰਧ ਵਿੱਚ ਖਿਆਲ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਆਪ ਜੀ ਦੀ ਪ੍ਰਚਾਰ ਦੇ ਸੰਬੰਧ ਵਿੱਚ ਸੇਵਾ ਲਾਈ ਬਨਾਰਸ ਦੇ ਵਿੱਚ। ਬਨਾਰਸ ਸਨਾਤਨੀ ਮਤ ਦਾ ਕੇਂਦਰ ਤੇ ਵਿਦਿਆ ਦਾ ਵੀ ਕੇਂਦਰ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਮੇਂ ਉੱਥੇ ਨਿਰਮਲਿਆਂ ਦੀ ਇੱਕ ਟਕਸਾਲ ਵੀ ਕਾਇਮ ਹੋਈ ਸੀ, ਜਿਹੜੀ ਅੱਜ ਤੱਕ ਚੱਲਦੀ ਆ ਰਹੀ ਹੈ। ਉਸ ਗਤੀ ਤੇ ਨਹੀਂ, ਪਰ ਰੂਪ ਰੇਖਾ ਮੌਜੂਦ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਗੁਰਮਤਿ ਗੁਰਬਾਣੀ ਦੇ ਪ੍ਰਚਾਰ ਸੰਬੰਧੀ ਭਾਈ ਗੁਰਦਾਸ ਜੀ ਨੂੰ ਭੇਜਿਆ ਬਨਾਰਸ, ਆਗਰੇ, ਸੌਰੋ, ਹੋਰ ਵੱਡੇ ਵੱਡੇ ਸ਼ਹਿਰਾਂ 'ਚ ਜੋ ਗੰਗਾ ਤੇ ਜਮਨਾ ਦੇ ਤੱਟ ਤੇ ਵਸੇ ਹੋਏ ਸਨ। ਵੀ ਪਹਿਲੇ ਜਿਹੜੇ ਖਾਸ ਅਸਥਾਨ ਨੇ ਤੇ ਵਿਦਿਆ ਦੇ ਕੇਂਦਰ ਨੇ, ਤੁਸੀਂ ਗੁਰਬਾਣੀ ਦੀ ਗੱਲ ਉੱਥੇ ਸੁਣੋ। ਤਾਂ ਹੁਣ ਭਾਈ ਗੁਰਦਾਸ ਜੀ ਤੋਂ ਸਿਆਣਾ ਲੱਭਣਾ ਬੜਾ ਔਖਾ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਇਹ ਸੇਵਾ ਭਾਈ ਗੁਰਦਾਸ ਜੀ ਦੀ ਲਾਈ। ਪੰਜ ਸਿੰਘਾਂ ਨੂੰ ਨਾਲ ਲੈ ਵਾਪਸ ਆ ਜਾਓ। ਜਿੰਨੇ ਚਿਰ ਤੱਕ ਸਾਡੀ ਪੱਤਰਕਾ ਨਾ ਜਾਵੇ, ਸਾਡਾ ਸੰਦੇਸ਼ਾ ਨਾ ਤੁਹਾਡੇ ਤੱਕ ਪਹੁੰਚੇ, ਤੁਸੀਂ ਵਾਪਸ ਨਹੀਂ ਆਣਾ, ਪ੍ਰਚਾਰ ਕਰਦੇ ਹੀ ਰਹਿਣਾ। ਕਹਿੰਦੇ ਨੇ 1 ਸਾਲ ਦਾ ਅਰਸਾ ਹੋ ਗਿਆ। 1 ਸਾਲ ਭਾਈ ਗੁਰਦਾਸ ਜੀ ਨੂੰ ਬਨਾਰਸ ਦੇ ਗੁਰਬਾਣੀ ਦੀ ਕਥਾ ਕਰਦਿਆਂ, ਗੁਰਬਾਣੀ ਦੀ ਵਿਚਾਰ ਸੁਣਾਉਂਦਾ ਬ੍ਰਾਹਮਣਾਂ ਨੂੰ, ਰਿਸ਼ੀਆਂ ਨੂੰ, ਮੁਨੀਆਂ ਨੂੰ, ਸਨਾਤਨੀ ਸੰਨਿਆਸੀਆਂ ਨੂੰ, ਬੜੇ ਬੜੇ ਵਿਦਵਾਨਾਂ ਨੂੰ ਉਹ ਗੁਰਮਤਿ ਦੀ ਗੱਲ ਸੁਣਾਉਂਦੇ ਰਹੇ। 1 ਸਾਲ ਹੋ ਗਿਆ। ਇੱਕ ਦਿਨ ਗੰਗਾ ਦੇ ਤੱਟ ਤੇ ਬੜੇ ਬੇਚੈਨ ਤੇ ਪਰੇਸ਼ਾਨ ਵਿਆਕੁਲ ਭਾਈ ਗੁਰਦਾਸ ਜੀ ਬੈਠੇ। ਨਾਲ ਦੇ ਸਿੰਘਾਂ ਨੇ ਪੁੱਛ ਲਿਆ, ਭਾਈ ਜੀ ਕਦੀ ਇਤਨਾ ਪਰੇਸ਼ਾਨ ਤੁਹਾਨੂੰ ਨਹੀਂ ਦੇਖਿਆ, ਤੁਹਾਡੀ ਅੱਖਾਂ ਦੇ 'ਚ ਇਤਨੀ ਬੇਚੈਨੀ, ਤੁਹਾਡੇ ਚਿਹਰੇ ਤੇ ਇਤਨਾ ਗਮ, ਇਤਨਾ ਦੁੱਖ, ਤੁਸੀਂ ਤੇ ਹਰ ਵਕਤ ਪਰਮ ਆਨੰਦ ਦੀ ਗੱਲ ਕਰਦੇ ਹੋ, ਹਰ ਵਕਤ ਗਿਆਨ ਦੀ ਗੱਲ, ਪਰ ਤੁਹਾਡੇ ਚਿਹਰੇ ਤੇ ਅੱਜ ਗਮ ਹੈ, ਤੁਹਾਡੀ ਅੱਖਾਂ ਦੇ 'ਚ ਅੱਜ ਦੁੱਖ ਹੈ, ਚਿੰਤਾ ਹੈ। ਭਾਈ ਸਾਹਿਬ ਕਹਿੰਦੇ ਨੇ ਹਾਂ ਠੀਕ ਪੜਿਆ। ਔਰ ਮੈਂ ਅਰਜ਼ ਕਰਾਂ, ਜ਼ਬਾਨ ਮਨੁੱਖ ਦੀ ਗਲਤ ਬਿਆਨੀ ਕਰ ਸਕਦੀ ਹੈ, ਅੱਖਾਂ ਤੇ ਚਿਹਰਾ ਨਹੀਂ ਕਰਦਾ। ਇਹ ਵੀ ਮੈਂ ਅਰਜ਼ ਕਰਦੇ ਹਾਂ। ਹਿਰਦੇ ਦੇ 'ਚ ਗਮ ਹੋਵੇ, ਚਿਹਰੇ ਤੇ ਪ੍ਰਗਟ ਹੁੰਦਾ ਹੈ, ਅੱਖਾਂ ਦੇ 'ਚ ਪ੍ਰਗਟ ਹੁੰਦਾ ਹੈ, ਭਾਵੇਂ ਮਨੁੱਖ ਕਿਤਨਾ ਵੀ ਛੁਪਾਉਣ ਦੀ ਕੋਸ਼ਿਸ਼ ਕਰੇ। ਕਈ ਦਫਾ ਜ਼ਬਾਨ ਹਾਂ ਕਰਦੀ ਹੈ, ਅੱਖਾਂ ਨਾ ਕਰ ਰਹੀਆਂ ਹੁੰਦੀਆਂ ਨੇ, ਔਰ ਕਈ ਦਫਾ ਜ਼ਬਾਨ ਨਾ ਕਰਦੀ, ਅੱਖ ਹਾਂ ਕਰ ਰਹੀ ਹੁੰਦੀ। ਅੱਖ ਝੂਠ ਨਹੀਂ ਬੋਲ ਸਕਦੀ। ਕਈ ਦਫਾ ਜ਼ਬਾਨ ਨਾਲ ਬੰਦਾ ਕਹਿ ਦਿੰਦਾ ਬੜੇ ਆਨੰਦ ਦੇ ਚਾਂ, ਪਰ ਅੱਖਾਂ ਦੱਸ ਦਿੰਦੀਆਂ ਆਨੰਦ ਵਾਲੀ ਕੋਈ ਗੱਲ ਨਹੀਂ ਹੈ। ਮਸਤਕ ਦੱਸ ਦਿੰਦਾ ਆਨੰਦ ਵਾਲੀ ਕੋਈ ਗੱਲ ਨਹੀਂ ਹੈ। ਜ਼ਬਾਨ ਝੂਠ ਬੋਲ ਸਕਦੀ ਹੈ, ਅੱਖਾਂ ਝੂਠ ਨਹੀਂ ਬੋਲ ਸਕਦੀਆਂ। ਸਿੰਘ ਕਹਿਣ ਲੱਗੇ, ਭਾਈ ਜੀ ਤੁਹਾਡੀ ਅੱਖਾਂ 'ਚੋਂ ਗਮ, ਤੁਹਾਡੇ ਚਿਹਰੇ ਤੇ ਦੁੱਖ, ਹੈਰਾਨਗੀ ਹੈ। ਭਾਈ ਸਾਹਿਬ ਕਹਿੰਦੇ ਨੇ ਹਾਂ ਠੀਕ ਪੜਿਆ ਤੁਸੀਂ, ਪਰ ਐਸੀ ਹਾਲਤ ਤੁਹਾਡੀ ਕਿਉਂ ਬਣੀ? ਭਾਈ ਜੀ ਕਹਿੰਦੇ ਨੇ 1 ਸਾਲ ਹੋ ਗਿਆ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਨੂੰ ਪੱਤਰਕਾ ਹੀ ਨਹੀਂ ਪਾਈ, ਕੋਈ ਸੰਦੇਸ਼ਾ ਹੀ ਨਹੀਂ ਭੇਜਿਆ। ਰੌਣਕਾਂ ਯਾਦ ਆਉਂਦੀਆਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਕਦਮਾਂ 'ਚ ਜੋ ਸਵੇਰੇ ਤੇ ਸ਼ਾਮ ਸਤਸੰਗ ਲੱਗਦੇ ਸਨ, ਸਤਿਗੁਰੂ ਆਪ ਜੋ ਸ਼ਬਦ ਦੀ ਵਿਚਾਰ ਸੁਣਾਉਂਦੇ ਸਨ, ਗੁਰੂ ਕੇ ਮਹਾਨ ਕੀਰਤਨੀਏ ਢਾਡੀ
जो कीर्तन ते इतिहासिक प्रसंग सुणांदे सन, सुन सुन के जो मन आनंद माणदा सी, चेते आ रहे इन्ना भी छोड़ा। और सतगुरु ने बुलाया नहीं, सतगुरु ने याद नहीं किया, ते मन तड़पदा जान नूं। ते हुण करिए कि गुरु हरगोबिंद साहब जी महाराज ने हुक्म किया है, जिन्ने चिर तक असी बुलाइए ना आउणा नहीं। भाई साहब जी ने इत्थे इस अवस्था च एक सवैया लिखिया है, और इस सवैया गुरु हरगोबिंद साहब जी महाराज नूं भेजिया सी। कवित सवैयां दे च मौजूद है, ये बाद च लभे है। भाई वीर सिंह जी उन्होंने ऐड किया है नवें कवित सवैयां च, पुराने कवित सवैयां दे च इस सवैये नूं। इस सवैया इस तरह है, याही मस्तक देख रीझत को प्राण पत, हाथ अपने बनाए तिलक दिखावते। भाई साहब कहते हैं ये मत्था मेरा बड़ा खुशकिस्मत है, इनू वेख के गुरु हरगोबिंद साहब जी महाराज खुश हो जाते सन, मैनू वेख के ही खुश होंदे सन, मेरा मिलना ही खुशी सी। लोकी गुरु नू वेख के खुश होंदे सन और मिलण दी तांग रखते सन। भाई साहब कहते कमाल दी गल, मैनू वेख के सतगुरु खुश हो जाते सन, प्रसन्न हो जाते सन। दूसरी पंक्ति, याही मस्तक धार हस्त कमल प्रे, प्रेम कथा कह के मानन मनावते। भाई साहब कहते ने मस्तक मेरा बड़ा खुशकिस्मत है, असीस दे वजों कई दफा गुरु हरगोबिंद साहब जी महाराज का हथ मेरे इस मस्तक नूं छोया है। ये मत्था मेरा भागां वाला है, कई दफा मुबारक हत्थां दी असीस इस मस्तक नूं मिल चुकी है। भाई साहब तीसरी पंक्ति च कहंदे ने, याही मस्तक देख नाही नाही कर भागती थी, धाए धाए हेत कर उरह लगावते। भाई साहब कहंदे मैं किसी काम में किसी सेवा च रुझिया हुंदा सी, ते गुरु हरगोबिंद साहब जी महाराज दूरों वेख के आवाज मार लेंदे सन, भाई भाई जी इधर आयो। ते भाई साहब कहंदे मैं इतना लाडला हो गया सी, मैं कह दिंदा सी पातशाह ऐ जरा सेवा पूरी करके आवांगा, आ रहे हैं एक काम पूरा करावा, ना कर देंदा सी मैं। धाए धाए हेत कर उरे लगावते, मैं ते कह देंदा सी पातशाह काम ए सेवा करके आवांगा, ठहर जाओ। गुरु हरगोबिंद साहब जी आप चल के आ जाते सन। कहते मैं इन्ना भागा वाला, मेरा मस्तक इतना वडभागी, धाए धाए हेत कर उरह लगावते, याही मस्तक देख धुन धुन पुन रोए उठूं, सुपने हूं नाथ नाही दरस दिखावते। मत्था यही है, पटक पटक के रो रहा, उस महान प्रीतम दी सुपने च भी झलक कोई नहीं, जो अपने दिल नू ढारस दे दें, तसल्ली दे दें, सुपने च भी कोई गल नहीं। जागृत अवस्था दे जिस मत्थे नू रोज असीस मिलती सी, सुपने च भी कोई नहीं। जागृत अवस्था दे मिठे बोल जो सुनन नू मिलते सन, सुपने च भी कोई नहीं। और जागृत अवस्था दे जो मैं परम आनंद माणदा सी, उहदी झलक सुपने च भी कोई नहीं। याही मस्तक देख धुन धुन पुन रोए उठूं, सुपने हूं नाथ नाही दरस दिखावते। इतना व्याकुल हृदय रह के उस रात भाई साहब सौ गए, और नाल दे साथियां नूं भी कह दिता कि हुक्म अदोली करन नूं भी जी करदा सवेरे साजो समान बनीए ते चल पई है। गुरु हरगोबिंद साहब जी महाराज की तरफ प्रबंधन तड़पदा रहा हिरदा, सौ गए याद दे। जद सवेरे उठे
ते मस्तक ते खेड़ा, अखां च चमक, सब कुछ बदलिया होया। पुछ लिया नाल दे साथियों ने, महाराज कल ते तुहाडी हालत कुछ होर सी, हुण ते कल दे ते जमीन आसमान दा फर्क हो गया। अखां च चमक, मत्थे ते रौनक, खेड़ा ते खुशी। पता है भाई जी ने उत्थे की आख्या, सुपने चरित्र चित्र बन के बने बचित्र, पावन पवित्र मित्र आज मोरे आए हैं। सुपने विच मेरे मित्र एक बचित्र जिहा रूप धारण करके जो पवित्रता दी मूर्ति ने, अज मैनू सुपने च आए ने। हो गई गल सारी, मन का गुबार लै गए, परम आनंद मिल गए, खेड़ा मिल गया। सुपने नू अहमियत दे रहे हैं, सुपना एवं नहीं है। सुपने चरित्र चित्र बन के बने बचित्र, पावन पवित्र मित्र आज मोरे आए हैं। गुरु हरगोबिंद साहब जी महाराज बारे ये दूजा सवैया है। सुपने की सारी महानता मुख्तसर में अर्ज करा। जिथे भाई गुरदास जी ने ऐसा आख्या, धन गुरु नानक देव जी महाराज ने तो अपनी पावन पवित्र बाणी च कही दिता है, सुपने आया भी गया मैं जल भरिया रोए, आए न सका तुझकन प्यारे, भेज न सका खोए, आओ सुभागी नींदड़िए, भागा भरी नींद तू आ। किहड़ी भागा भरी नींद आउंदी है, जिहदे च संगत दे दर्शन होवन, महापुरुषां दे दर्शन होवन, धन गुरु नानक दी झलक मिले, दरबार साहब दी झलक मिले, हिरदा पवित्र हो जाता है। और कदी तजर्बा करके देख लेना, अवल ते हज़ारां च किसे एक कद नूं इस तरह के सुपने आउंदे ने, नहीं तो भूतां प्रेतां दे सुपने आउंदे ने, डरावने सुपने आउंदे ने, होर दुनिया भर दे दुराचार दे भरे सुपने आउंदे। क्योंकि दुनिया मानसिक तल ते बड़ी पीड़ित है, मानसिक रोगी है। सनातन मत च भगतनी हुई है मीरा दास ने इसके ग्रंथ की स्टडी की है। भगती भावना नाल भरे इसके बोल। सुपने की अहमियत नूं ये भी मनदी है। इसका भी एक छंद मैं थोड़े सामने रखा, और ये इस तरह हुई है जिमें इस्लाम दे च राबिया, सनातन मत दे च मीरा, गुरमत दे च माता भाग कौर। कुछ इस्त्रियां ने धार्मिक दुनिया दे च बड़ी अदुੱਤੀ छाप छोड़ी है। तो सनातन मत दे च इन्हां इस्त्रियां दे च मीरां दी एक अपनी छाप है। चितौड़ दे राणे दी ये पत्नी सी, पर चितौड़गढ़ दा ये राजा, उसने जब देखा बई ये ते भगती भावना नाल भरी हुई, इनू संसारिक रुचियां नाल कोई मतलब नहीं, हर वक्त प्रभु दे गीत गांदी रहिंदी है, जिंदगी दा तालमेल ना बैठे, उसने घरों कढ़ दिता। पहले मारन की कोशिश की थी, मरी नहीं तो घरों कढ़ दिती। राजस्थान के जंगलों दे ये दर दर भटकती रही, कृष्ण के गीत गा के अपना जीवन बतीत करती रही, एक तारे थे। आखिरी समय इसने बिंद्राबन दे बतीत किया। एक छंद दे च लिखदी है, अज तो भावें घर घर इसके छंद गाए जाते हैं, रेडियो टीवी ते इसके भजन आउंदे ने। उस वक्त कोई इसनूं मंदिर दे ठहरन नहीं देंदा सी, उल्टा करके कहंदे सन, तरह तरह के लाछन ते दोष इसते लगते सन। खैर मुख्तसर में अर्ज करा, मीरा कहती है, सोई होती निसमय पलंग पर सब ज्ञान ध्यान, पिया संग लाए, पलक से जब पलक लगी पल लागत ही, पल मोह पिया आए। थोड़ी जी किसी नूं शायरी दी मस होवे ना, कविता दी, इस हिसाब नाल भी कविता एक छंद महान है। इस दे च भी जिहड़ी चाल रवानी शैली ते शब्दावली का उसने प्रयोग किया है, अपनी थां ते महान है। पलक से जब पलक लगी पल लागत ही, पल मोह पिया आए, पलकां नाल पलकां लगियां नींद आ गई, नींद आ गई सुपना आ गया, सुपना आ गया कृष्ण आ गए। जिहदी याद च मैं सौ गई, जिन्हों दिन भर मैं सोचती रही,
जो दिन भर मेरी याद दे च रहा, जो दिन भर मेरी मंग दे च रहा, मेरी चाहत दे च रहा, जो दिन भर मेरे विचारां दे च रहा, सोचदी सोचदी मैं सौ गई। पलकां नाल पलकां लगियां, नींद आ गई, नींद आ गई, सुपना आ गया, सुपना आ गया, कृष्ण आ गए। पलक से जब पलक लगी, पल लागत ही पल मोह पिया आए, जब उठी उनके मिलबे को, जाग परी पिया पास ना पाए। नींद विच मैं खड़ी हो गई भी कृष्ण आए ने, ते चरना ते मस्तक रखा, मत्था टेका, पुष्प भेंट करा। नींद विच मैं खड़ी हो गई, खड़ी होंदे ही अख खुल गई, नींद टुट गई। सुपना इतना प्रभावित करता है, किधरे सुपना बोलण ते मजबूर कर देंदा है, किधरे सुपना सुतियां सुतियां खड़ा कर देंदा है, किधरे सुपने च अखां खुल जांदियां। जब उठी उनके मिलबे को, जाग परी पिया पास न पाए, मीरन और तो सोवत खोवत, मैंने सखी पिया जाग गवाए। दुनिया सौ के रब नूं गवा बैठदी है, मैं जाग के गवा बैठी। होर ही नींद आउंदी रहिंदी, सुपना लंबा बनिया रहना सी, परम आनंद बनिया रहना सी। मीरन और तो सोवत खोवत, मैंने सखी पिया जाग गवाए। मैं ते जाग के गवा बैठी। लोकी सौ के गवा छड़ देन, मैं ते जाग के गवा बैठी। हुण इस तरह का हिरदा ते नींद लई तड़पेगा, उस तरह की नींद लई आओ सुभागी नींदड़िए, मत सो देखा सोए। भाई साहब भाई वीर सिंह जी पंजाबी दे संत कवि, गुरु ग्रंथ साहब दे टीकाकार, महान लिखारी ते दार्शनिक, सरगोदे दे सन। इन्हां दी कविता दे पंजाबी, लਹਿੰਦੀ पंजाबी दी झलक है। लाहौर तो परे लਹਿੰਦੀ पंजाबी। आप कहंदे ने, सुपने विच तुसां मिले असानू, असां धागल वखड़ी पाई, पर निरा नूर तुसां हथ ना आए, साडी कंबदी रही कलाई। भाई साहब भाई वीर सिंह अभ्यासी पुरुष सन, केवल कवि नहीं सन, नाम रसक सन, सिर्फ लिखारी नहीं सन, टीकाकार नहीं सन। कहते ने, सुपने विच तुसां मिले असानू, असां धागल वखड़ी पाई, पर निरा नूर तुसां हथ ना आए, साडी कंबदी रही कलाई। हुण ते तड़पदे रह गए, हुण किवें मिलीए, झलक वेख लईए। बहुत सारे फकीरां ने, साधु संतां ने, अभ्यासियां ने पहली झलक सुपने च देखी है, पर तक गल बाद च बनी है। ये भी मैं अर्ज करते हैं, मेरे पढ़न विच ऐसा भी आए कई सवाल जो लोग हल करना चाहते सन, जागृत अवस्था च नहीं होए, सुपने च होए ने। अजीबो गरीब ये दुनिया है सुपनिया दी। ईरान दे एक चोटी दा फकीर होया है हाफिज, दीवाने हाफिज, उसका बहुत बड़ा ग्रंथ है। दास ने उसका मकबरा देखा है, सोने की कबर है, तो जिहड़ा मकबरा बनया वो कच का बनया, यानी कच लाया नहीं गया, कच नूं पिघला के दीवारां खड़ियां कीतियां गईयां। ईरानी कारीगरी का एक नमूना सारी दुनिया तो जिहड़े टूरिस्ट आंदे पहले वो मकबरा देखते हैं कच का। मैं फिर अस कहा कच लिया के उत्थे जोड़िया नहीं गया, कच नूं पिघला के ढाल के उहदियां दीवारां खड़ियां कीतियां गईयां, उहदा मकबरा बनाया गया। ईरानी कारीगरी का एक नमूना, और उस दे तरह तरह के रंग भरे ने कच दे, अंदर सोने की कबर। दिन भर उत्थे उसके शेरां दी, उसके कलाम की टेप चलती रहिंदी है, नाल इंग्लिश दे ते परशियन दे तर्जमा भी चलता रहिंदा, टीका भी चलता रहिंदा। प्रचार का उन्होंने यह साधन भी अपनाया। दिन भर टूरिस्ट आउंदे ने, वो सुनते ने फकीर की आखदा है, दिन भर टेप चलती रहिंदी है। इस फकीर का एक बड़ा कीमती शेर एक कहंदा है, रात नूं सुपने दे सुत्या आया मैनू खुदा दी झलक मिली, ते खुदा ने आखिया फकीरा कुछ मंग लै, मैं अज देण लई आया।
पर वही कुछ तेनों देना है जो तू मंगेगा। मंग। तो मैं इस फकीर की मंग देखी, उसने सुपने जो कुछ मंगे और लिखे है फिर उसने दीवाने हाफिज दे। ये फकीर कहंदा है मकुन बेदार अजी ख्वाबम खुदारा कि दारम इशरते खुशबा ख्यालश, ऐ मेरे खुदा जे मैनू देना ही है तो बस मैनू नींद तो जगावी ना। जिस सुपने विच मैं जुड़े होया ये चलदा रहन दे, ऐसा ना हो मेरी अखां खुल जान, ये अखां बंद ही रहन दे, मैनू बेदार ना करें, मैनू जगावी ना। ये फकीर अगे लिखदा मैं मंग मंगी मेरी अखां खुल गई। मकुन बेदार अजी ख्वाबम खुदारा कि दारम इशरते खुशबा ख्यालश, बड़ी खुशी बनी हुई है, बड़े सोहने ख्याल ने, बड़ा आनंद बनया होया है। हे मेरे परवरदिगार मैनू जगावी ना, मैनू बेदार ना करी। निराले ढंग नाल इसने भी सुपने की अहमियत नूं कबूल कर लिया, मनिया। धन गुरु नानक देव जी महाराज ते कहंदे ने हे परिपूर्ण परमात्मा, सुपने विच झलक देण वाले हो, चले गए हो, बख्शिश करो ऐसी कोई भागा भरी नींद फिर आवे। सुपने आया भी गया मैं जल भरया रोए, आए न सखा तुझ कन प्यारे भेज न सखा कोए, आओ सुभागी नींदड़िए मत शो देखा सोए। अगर इस तरह के सुपने किसी दे रोज पे चलते ने पवित्र ख्याल, तो समझ लो उस मनुख का सोना सफल है। वो जागरिया ते रब नाल जुड़िया ही रहिंदा, सोचदा रहिंदा, रात नूं सुपने च जुड़िया रहिंदा। उहदी नींद सुहावनी है। सुन सखिए मेरी नींद भली, मैं आपन ना प्रेर मिलिया। हुण ते सुहावनी नींद है, हुण ते पवित्र नींद है कि प्रभु की झलक, परमात्मा की झलक। ये विचारा मैं आप जी के सामने इस वास्ते रखिया ने कि शाम के सत्संग का अगर मन ते प्रभाव पै जाए तो इसे ही प्रभाव नूं लैके मनुख सौ जाए, यकीन जानो रात नूं सुपने झलक बन सकती है और कोई पवित्र घटना घट सकती है। और जिहदे लई फिर दिन नूं हो सकता है मन होर तड़पे, अगों फिर होर सुपने पवित्र चलन और इस तरह सोना महान हो जाए, पावन हो जाए, पवित्र हो जाए। धन गुरु ग्रंथ साहब जी महाराज बख्शिश करन, साडा जागना सफल होवे, साडा सोना भी सफल होवे और ये पंक्ति साडे उत्ते पूरी उतरे। उठत बैठत सोवत नाम, सुतियां भी नाम नाल संबंध जुड़े है, सुतपियां भी जो है बंदगी हो रही है, सुतपियां जो है प्रभु की झलक का मिलाप हो रहा है। पातशाह इस तरह की सारियां ते बख्शिश करे, रहमत करे। इत्थे समाप्ति। सारियां दा हार्दिक तौर पर धन्यवाद। बड़े टिकाव नाल आपने सरवण किया। कल फिर जिवें गुरु बाबा जी बख्शिश करनगे, गुरबाणी विचारां आप जी दे सामने रखांगे। सारियां दा हार्दिक तौर पर धन्यवाद। भुल चुक दी क्षमा, गज वज के फतेह प्रवान करने। वाहिगुरू जी का खालसा, वाहिगुरू जी की फतेह। वैर काल मूरत आजूने सैभं गुर प्रसाद, सर्वशील ममं शीलं सर्व पावने मम पावनं।